ਸਤਿ ਸ਼੍ਰੀ ਅਕਾਲ ਬਈ ਸਾਰਿਆਂ ਨੂੰ। ਅੱਜ ਦੀ ਵੀਡੀਓ ਆਧੁਨਿਕ ਪੰਜਾਬੀ ਕਵੀ ਦੂਜੇ ਦੌਰ ਦੇ ਕਵੀ ਹੀਰਾ ਸਿੰਘ ਦਰਦ ਬਾਰੇ ਹੋਣ ਵਾਲੀ ਹੈ। ਹੀਰਾ ਸਿੰਘ ਦਰਦ ਦਾ ਜਨਮ ਭਾਈ ਹਰੀ ਸਿੰਘ ਨਿਰੰਕਾਰੀ ਦੇ ਘਰ ਬੀਬੀ ਕਰਤਾਰ ਕੌਰ ਦੀ ਕੁੱਖੋਂ 11 ਫਰਵਰੀ 1887 ਨੂੰ ਪਿੰਡ ਕਕਰੋਟ, ਜ਼ਿਲ੍ਹਾ ਰਾਵਲਪਿੰਡੀ, ਜੋ ਕਿ ਹੁਣ ਪਾਕਿਸਤਾਨ ਹੈ, ਵਿੱਚ ਹੋਇਆ। ਉਹਨਾਂ ਦੇ ਪਿਤਾ ਪੂਛ ਦੇ ਇੱਕ ਬ੍ਰਾਹਮਣ ਪਰਿਵਾਰ ਤੋਂ ਸਨ ਤੇ ਰਾਵਲਪਿੰਡੀ ਵਿੱਚ ਆ ਕੇ ਵਸ ਗਏ ਸਨ। ਬਾਅਦ ਵਿੱਚ ਉਹਨਾਂ ਨੇ ਸਿੱਖ ਧਰਮ ਨੂੰ ਅਪਣਾ ਲਿਆ ਸੀ। ਹੀਰਾ ਸਿੰਘ ਦਰਦ ਰਾਵਲਪਿੰਡੀ ਵਿੱਚ ਈਸਾਈ ਮਿਸ਼ਨ ਸਕੂਲ ਵਿੱਚ ਪੜ੍ਹਨ ਲੱਗੇ ਅਤੇ 1907 ਵਿੱਚ ਉਹ ਮਕਾਮੀ ਨਗਰ ਕਮੇਟੀ ਵਿੱਚ ਇੱਕ ਚੁੰਗੀ ਕਲਰਕ ਨਿਯੁਕਤ ਹੋ ਗਏ ਸਨ, ਪਰ ਇਹ ਨੌਕਰੀ ਉਹਨਾਂ ਨੇ ਜਲਦੀ ਛੱਡ ਦਿੱਤੀ। ਲਾਇਲਪੁਰ ਜ਼ਿਲ੍ਹੇ ਵਿੱਚ ਸਿੰਘ ਸਭਾ ਸਕੂਲ ਵਿੱਚ ਅਧਿਆਪਕ ਲੱਗ ਗਏ ਸਨ। ਸਕੂਲ ਵਿੱਚ ਕੰਮ ਕਰਦੇ ਹੋਏ ਉਹਨਾਂ ਨੇ ਪੰਜਾਬ ਯੂਨੀਵਰਸਿਟੀ ਲਾਹੌਰ ਵੱਲੋਂ ਪੰਜਾਬੀ ਵਿੱਚ ਗਿਆਨੀ ਪਾਸ ਕਰ ਲਈ ਅਤੇ ਸਵੈ ਅਧਿਐਨ ਦੇ ਬਿਖੜੇ ਮਾਰਗ ਦੇ ਰਾਹੀ ਬਣ ਗਏ। ਉਹਨਾਂ ਨੇ ਚੜ੍ਹਦੀ ਜਵਾਨੀ ਵਿੱਚ ਹੀ ਦਰਦ ਤਖੱਲਸ ਤਹਿਤ ਪੰਜਾਬੀ ਵਿੱਚ ਧਾਰਮਿਕ ਅਤੇ ਦੇਸ਼ ਭਗਤੀ ਦੀਆਂ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਉਹਨਾਂ ਨੇ ਪਹਿਲੀ ਵਾਰ 1922 ਵਿੱਚ ਸਾਰੇ ਧੂਮ ਪੈ ਗਈ ਤੇਰੇ ਨਾਮ ਦੀ ਲੰਮੀ ਕਵਿਤਾ ਉਹਨਾਂ ਨੇ ਲਿਖੀ ਪੜ੍ਹੀ, ਜਿਸ ਵਿੱਚ ਪਹਿਲੀ ਵਾਰ ਦਰਦ ਤਖੱਲਸ ਦੀ ਵਰਤੋਂ ਕੀਤੀ। ਇਸ ਕਵਿਤਾ ਦੀ ਗਿਆਨੀ ਈਸਰ ਸਿੰਘ ਤੇ ਪ੍ਰੋਫੈਸਰ ਤੇਜਾ ਸਿੰਘ ਨੇ ਬੜੀ ਸ਼ਲਾਘਾ ਕੀਤੀ। 1922 ਵਿੱਚ ਪਹਿਲਾਂ ਉਹਨਾਂ ਨੂੰ ਤਖੱਲਸ ਦਰਦ ਦੀ ਥਾਂ ਦੁਖੀਆ ਹੁੰਦਾ ਸੀ। ਇਸ ਤੋਂ ਪਹਿਲਾਂ ਉਹਨਾਂ ਨੇ ਦੁਖੀਆ ਤਖੱਲਸ ਵਰਤਿਆ, ਫਿਰ ਉਹਨਾਂ ਨੇ ਦਰਦ। ਇਸ ਅਰਸੇ ਦੌਰਾਨ ਉਹਨਾਂ ਨੇ 2 ਸੰਗ੍ਰਹਿ ਉਪਕਾਰਾਂ ਦੀ ਵੰਨਗੀ ਅਤੇ ਸਿੱਖ ਬੱਚਿਓ ਜਾਗੋ ਕਾਵਿ ਸੰਗ੍ਰਹਿ ਕਰਮਵਾਰ 1912 ਅਤੇ 13 ਵਿੱਚ ਪ੍ਰਕਾਸ਼ਿਤ ਕੀਤੇ। ਇਹਨਾਂ ਦੀਆਂ ਜੋ ਕਵਿਤਾਵਾਂ ਦੇਸ਼ ਭਗਤੀ ਵਾਲੀਆਂ ਅਤੇ ਇਤਿਹਾਸਿਕ ਹੁੰਦੀਆਂ ਸਨ, ਜਿਨ੍ਹਾਂ ਵਿੱਚ ਸਿੱਖ ਇਤਿਹਾਸਿਕ ਹਸਤੀਆਂ ਅਤੇ ਘਟਨਾਵਾਂ ਬਾਰੇ ਲਿਖਿਆ ਇਹਨਾਂ ਨੇ, ਜੋ ਕਿ 1912 ਅਤੇ 13 ਵਿੱਚ ਪ੍ਰਕਾਸ਼ਿਤ ਕੀਤੀਆਂ। ਹੀਰਾ ਸਿੰਘ ਨੇ ਅੰਗਰੇਜ਼ਾਂ ਦੁਆਰਾ ਢਾਹ ਦਿੱਤੀ ਗਈ ਗੁਰਦੁਆਰਾ ਰਕਾਬਗੰਜ ਦੀ ਦੀਵਾਰ ਦੀ ਬਹਾਲੀ ਲਈ ਅੰਦੋਲਨ ਵਿੱਚ ਭਾਗ ਲਿਆ। ਕੋਲਕਾਤਾ ਵਿੱਚ ਹੁਗਲੀ ਦੇ ਬਜਬਜ ਘਾਟ ਦੇ ਬਰਤਾਨਵੀ ਗੋਲੀਆਂ ਨਾਲ ਸ਼ਹੀਦ ਕਰ ਦਿੱਤੇ ਗਏ ਕਾਮਾਗਾਟਾ ਮਾਰੂ ਦੇ ਮੁਸਾਫਿਰਾਂ ਲਈ 1915 ਵਿੱਚ ਉਹਨਾਂ ਨੇ ਸਕੂਲ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪਾਠ ਪ੍ਰਬੰਧ ਅਤੇ ਅਰਦਾਸ ਕਰਵਾਉਣ ਵਿੱਚ ਹੀਰਾ ਸਿੰਘ ਦਰਦ ਵੀ ਸ਼ਾਮਿਲ ਸਨ। ਇਸ ਦੇ ਲਈ ਉਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਸੀ। ਸੰਨ 1920 ਵਿੱਚ ਮਾਸਟਰ ਸੁੰਦਰ ਸਿੰਘ ਲਾਇਲਪੁਰੀ, ਮੰਗਲ ਸਿੰਘ ਅਤੇ ਹੋਰਨਾਂ ਨੇ ਮਿਲ ਕੇ ਲਾਹੌਰ ਤੋਂ ਪੰਜਾਬੀ ਦੈਨਿਕ ਅਖਬਾਰ ਅਕਾਲੀ ਸ਼ੁਰੂ ਕਰ ਦਿੱਤਾ। ਹੀਰਾ ਸਿੰਘ ਨੂੰ ਇਸ ਦਾ ਸਹਾਇਕ ਸੰਪਾਦਕ ਨਿਯੁਕਤ ਕੀਤਾ ਗਿਆ। ਇਹ ਸਮਾਚਾਰ ਪੱਤਰ ਕੱਟੜ ਸਰਕਾਰ ਵਿਰੋਧੀ ਸੀ ਅਤੇ ਹੀਰਾ ਸਿੰਘ ਦਰਦ ਨੂੰ ਇਸ ਦਾ ਸੰਪਾਦਕ ਹੋਣ ਨਾਤੇ ਕਈ ਵਾਰ ਜੇਲ੍ਹ ਜਾਣਾ ਪਿਆ। 1920 ਵਿੱਚ ਜੇਲ੍ਹ ਤੋਂ ਬਾਹਰ ਆ ਕੇ ਉਹਨਾਂ ਨੇ ਇੱਕ ਸਾਹਿਤਕ ਮਾਸਿਕ ਪੰਜਾਬੀ ਪੱਤਰ ਫੁਲਵਾੜੀ ਦਾ ਆਰੰਭ ਕੀਤਾ, ਜੋ ਪੰਜਾਬੀ ਸਾਹਿਤ ਦੀ ਪ੍ਰਗਤੀਸ਼ੀਲ ਲਹਿਰ ਨੂੰ ਵਿਕਸਿਤ ਕਰਨ ਵਿੱਚ ਇੱਕ ਮੀਲ ਪੱਥਰ ਹੋ ਨਿਬੜਿਆ। ਕਿਹੜਾ ਸੀ ਮਾਸਿਕ ਪੱਤਰ? ਫੁਲਵਾੜੀ। ਫੁਲਵਾੜੀ 1930 ਤੱਕ ਅੰਮ੍ਰਿਤਸਰ ਤੋਂ ਅਤੇ ਬਾਅਦ ਵਿੱਚ ਹੀਰਾ ਸਿੰਘ ਦਰਦ ਨੂੰ 1942 ਵਿੱਚ ਭਾਰਤ ਛੱਡੋ ਅੰਦੋਲਨ ਵਿੱਚ ਗ੍ਰਿਫਤਾਰ ਕਰਨ ਸਮੇਂ ਬੰਦ ਹੋਣ ਤੱਕ ਲਾਹੌਰ ਤੋਂ ਪ੍ਰਕਾਸ਼ਿਤ ਹੁੰਦਾ ਰਿਹਾ। ਪਹਿਲਾਂ ਅੰਮ੍ਰਿਤਸਰ ਅਤੇ ਬਾਅਦ ਵਿੱਚ ਲਾਹੌਰ ਤੋਂ। ਦੇਸ਼ ਦੀ ਆਜ਼ਾਦੀ ਦੇ ਅੰਦੋਲਨ ਨੇ ਉਹਨਾਂ ਸ਼ੁਰੂਆਤੀ ਸਾਲਾਂ ਦੇ ਦੌਰਾਨ ਹੀਰਾ ਸਿੰਘ ਨੇ ਸਿੱਖ ਲੀਗ ਦੇ ਸਕੱਤਰ ਵਜੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਇੱਕ ਮੈਂਬਰ ਵਜੋਂ ਸੇਵਾ ਕੀਤੀ। ਉਹਨਾਂ ਨੇ ਭਾਈ ਵੀਰ ਸਿੰਘ ਅਤੇ ਮੋਹਨ ਸਿੰਘ ਨੂੰ ਆਪਣੀਆਂ ਕਵਿਤਾਵਾਂ ਰਾਹੀਂ ਵੰਗਾਰਿਆ। ਉਹਨਾਂ ਦੀਆਂ ਕਵਿਤਾਵਾਂ ਦੇ ਮੁੱਖ ਵਿਸ਼ੇ ਧਾਰਮਿਕ ਅਤੇ ਦੇਸ਼ ਭਗਤੀ ਵਾਲੇ ਸਨ।
ਲੰਮੀ ਬਿਮਾਰੀ ਤੋਂ ਬਾਅਦ 22 ਜੂਨ 1965 ਨੂੰ ਜਲੰਧਰ ਵਿਖੇ ਉਹਨਾਂ ਦਾ ਦੇਹਾਂਤ ਹੋ ਗਿਆ। ਹੀਰਾ ਸਿੰਘ ਦਰਦ ਦੀਆਂ ਪੁਸਤਕਾਂ ਅਤੇ ਕਾਵਿ ਸੰਗ੍ਰਹਿ ਇਸ ਤਰ੍ਹਾਂ ਹਨ: ਦਰਦ ਸੁਨੇਹੇ 1919, ਕਿਸਾਨ ਦੀਆਂ ਆਹੀ 1941, ਹੋਰ ਅਗੇਰੇ 1950, ਚਿਤਰਾਵਲੀ ਅਤੇ 94 ਦਰਦ ਸੁਨੇਹੇ 1954। ਦਰਦ ਸੁਨੇਹੇ। ਹੀਰਾ ਸਿੰਘ ਦਰਦ ਨੇ ਇਹ ਪੁਸਤਕ 1919 ਵਿੱਚ ਛਪਵਾਈ। ਇਸ ਪੁਸਤਕ ਦੇ 3 ਭਾਗ ਹਨ। ਦੂਜੇ ਭਾਗ ਨੂੰ ਅੱਗੋਂ 4 ਭਾਗਾਂ ਵਿੱਚ ਵੰਡਿਆ ਗਿਆ ਹੈ। ਦਰਦ ਸੁਨੇਹੇ ਦੇ 3 ਭਾਗ ਹਨ ਅਤੇ ਜਿਹੜਾ ਦੂਸਰਾ ਭਾਗ ਹੈ ਉਸਨੂੰ ਅੱਗੇ 4 ਭਾਗਾਂ ਵਿੱਚ ਵੰਡਿਆ ਹੈ। ਪਹਿਲਾ ਭਾਗ ਹੈ ਸੁੱਤੀ ਕੌਮ ਨੂੰ ਹਲੂਣੇ। ਇਸ ਦੇ ਅੰਤਰਗਤ 15 ਕਵਿਤਾਵਾਂ ਹਨ। ਪਿਆਰੇ ਗੁਰਧਾਮ, ਇਸ ਦੇ ਅੰਤਰਗਤ 7 ਕਵਿਤਾਵਾਂ ਸ਼ਾਮਿਲ ਹਨ। ਕਵਿਤਾਵਾਂ ਅੰਗਰੇਜ਼ ਸਰਕਾਰ ਵੱਲੋਂ ਸਿੱਖਾਂ ਦੇ ਗੁਰਧਾਮਾਂ ਦਖਲ ਅੰਦਾਜ਼ੀ ਦੇ ਪ੍ਰਤੀਕਰਮ ਵਜੋਂ ਲਿਖੀਆਂ। ਦੇਸ਼ ਭਗਤ ਦੀ ਬਾਊ, ਇਸ ਵਿੱਚ 7 ਕਵਿਤਾਵਾਂ ਹਨ ਜੋ ਦੇਸ਼ ਵਾਸੀਆਂ ਦੇ ਜੇਲ੍ਹ ਜਾਣ, ਜਲਾਵਤਨ ਕੀਤੇ ਜਾਣ, ਦੇਸ਼ ਭਗਤਾਂ ਉੱਪਰ ਅਨੇਕਾਂ ਪ੍ਰਕਾਰ ਦੇ ਜ਼ੁਲਮ ਦੇ ਪ੍ਰਤੀਕਰਮ ਵਜੋਂ ਲਿਖੀਆਂ ਗਈਆਂ। ਨੰਬਰ 4 'ਤੇ ਹੈ ਫੁਟਕਲ ਕਵਿਤਾਵਾਂ। ਇਸ ਵਿੱਚ 13 ਕਵਿਤਾਵਾਂ ਹਨ। ਸੰਨ 1922 ਵਿੱਚ ਦਰਦ ਸੁਨੇਹੇ ਦੇ ਦੋਨੋਂ ਭਾਗ ਇਕੱਠੇ ਕਰਕੇ ਛਾਪੇ, ਜਿਸ ਦੀ ਭੂਮਿਕਾ ਪ੍ਰਿੰਸੀਪਲ ਤੇਜਾ ਸਿੰਘ ਨੇ ਅਤੇ ਸੰਖੇਪ ਪਰ ਬੜੀ ਭਾਵਪੂਰਨ ਢੰਗ ਨਾਲ ਅਗਾਂਹਵਧੂ ਤੇ ਉਸਾਰੂ ਨੁਕਤੇ ਨਾਲ ਲਿਖੀ। । 1924 ਵਿੱਚ ਦਰਦ ਸੁਨੇਹੇ ਦਾ ਤੀਜਾ ਭਾਗ ਛਪਵਾਇਆ, ਜਿਸ ਵਿੱਚ 28 ਕਵਿਤਾਵਾਂ ਹਨ। ਅਗਲੀ ਜੋ ਇਹਨਾਂ ਦੀ ਪੁਸਤਕ ਹੈ ਕਿਸਾਨ ਦੀ ਆਹੀ। ਕਿਸਾਨ ਦੀ ਆਹੀ ਪੁਸਤਕ ਹੀਰਾ ਸਿੰਘ ਦਰਦ 1941 ਵਿੱਚ ਛਪਵਾਈ, ਜਿਸ ਵਿੱਚ ਕੁੱਲ ਕਵਿਤਾਵਾਂ ਤੇ ਗੀਤ ਤੋਂ ਇਲਾਵਾ 5 ਕਹਾਣੀਆਂ ਵੀ ਦਰਜ ਹਨ। ਇਸ ਸੰਗ੍ਰਹਿ ਦੀਆਂ ਕਵਿਤਾਵਾਂ ਵਿੱਚ ਦਰਦ ਨੇ ਦੇਸ਼ ਦੀ ਗਰੀਬੀ, ਕਿਸਾਨ ਦੇ ਦੁੱਖਾਂ ਦੀ ਕਲਾਮਈ ਢੰਗ ਨਾਲ ਬਿਆਨ ਕੀਤਾ ਹੈ। ਹੋਰ ਅਗੇਰੇ। ਹੀਰਾ ਸਿੰਘ ਦਰਦ ਨੇ 1950 ਵਿੱਚ ਹੋਰ ਅਗੇਰੇ ਨਾਂ ਦੀ ਪੁਸਤਕ ਛਪਵਾਈ, ਜਿਸ ਦੇ 3 ਭਾਗ ਹਨ। ਪਹਿਲੇ ਭਾਗ ਵਿੱਚ 42 ਤੋਂ ਲੈ ਕੇ 1950 ਤੱਕ ਦੀਆਂ ਕਵਿਤਾਵਾਂ ਦਰਜ ਹਨ। ਦੂਸਰੇ ਭਾਗ ਵਿੱਚ ਕੁਝ ਪਿਛਲੀਆਂ ਯਾਦਾਂ ਸਿਰਲੇਖ ਹੇਠ 1930 ਤੋਂ 42 ਤੱਕ ਦੀਆਂ ਕਵਿਤਾਵਾਂ। ਭਾਗ ਤੀਜੇ ਵਿੱਚ ਹੋਰ ਅਗੇਰੇ ਸਿਰਲੇਖ ਹੇਠ ਯੋਲ ਕੈਂਪ ਜੇਲ੍ਹ 1949 ਦੇ ਸਿਰਲੇਖ ਹੇਠ ਇੱਕ ਲੰਮੀ ਕਵਿਤਾ, ਇਸ ਤੋਂ ਬਿਨਾਂ ਹੋਣੀ ਦੀ ਲਲਕਾਰ ਨਾਂ ਦੀ ਕਵਿਤਾ। ਰੁਬਾਈਆਂ ਸਿਰਲੇਖ ਹੇਠ 4, ਸੰਨ ਸੁਰਾਹੀ ਦੇ ਸਿਰਲੇਖ ਹੇਠ 15 ਰੁਬਾਈਆਂ ਦਰਜ ਹਨ। ਅਗਲੀ ਜੋ ਇਹਨਾਂ ਦੀ ਪੁਸਤਕ ਹੈ 94 ਦਰਦ ਸੁਨੇਹੇ। 94 ਦਰਦ ਸੁਨੇਹੇ ਪ੍ਰਕਾਸ਼ਿਤ ਪੁਸਤਕ ਦੀ ਲੜੀ ਵਿੱਚ ਅੰਤਿਮ ਰਚਨਾ ਹੈ। ਇਸ ਨੂੰ ਵੀ 3 ਭਾਗਾਂ ਵਿੱਚ ਵੰਡਿਆ ਗਿਆ ਹੈ। ਆਜ਼ਾਦੀ ਦਾ ਗੀਤ। ਆਜ਼ਾਦੀ ਦਾ ਗੀਤ ਇਹ ਆਕਾਰ ਵਿੱਚ ਬਹੁਤ ਛੋਟੀ ਪੁਸਤਕ ਹੈ। ਇਸ ਪੁਸਤਕ ਵਿੱਚ ਹੀਰਾ ਸਿੰਘ ਦਰਦ ਤੋਂ ਇਲਾਵਾ ਹੋਰ ਕਵੀਆਂ ਦੀਆਂ ਰਚਨਾਵਾਂ ਵੀ ਸ਼ਾਮਿਲ ਹਨ। ਇਸ ਦੇ ਅੰਤਰਗਤ ਹੀਰਾ ਸਿੰਘ ਦਰਦ ਦੀਆਂ 6, ਮਾਸਟਰ ਸੁੰਦਰ ਸਿੰਘ ਲਾਇਲਪੁਰੀ ਦੀ 1, ਵਿਧਾਤਾ ਸਿੰਘ ਧੀਰ ਦੀ 1 ਕਵਿਤਾ ਛਪੀ ਹੈ। ਗਿਆਨੀ ਹੀਰਾ ਸਿੰਘ ਦਰਦ ਦੀ ਕਵਿਤਾ ਨੂੰ ਵਿਸ਼ੇ ਵਜੋਂ 5 ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ। ਪਹਿਲੇ ਦੂਜੇ ਦੌਰ ਦੀ ਕਵਿਤਾ ਵਿੱਚ ਸਿੱਖੀ ਜਜ਼ਬਾਤਾਂ ਦੀ ਪ੍ਰਧਾਨਤਾ ਹੈ। ਤੀਜੇ ਚੌਥੇ ਦੌਰ ਦੀ ਕਵਿਤਾ ਵਿੱਚ ਅੰਗਰੇਜ਼ੀ ਸਾਮਰਾਜ ਪ੍ਰਤੀ ਨਫ਼ਰਤ, ਆਜ਼ਾਦੀ ਪ੍ਰਤੀ ਤੜਫ ਹੈ। ਪੰਜਵੇਂ ਦੌਰ ਦੀ ਕਵਿਤਾ ਵਿੱਚ ਦਰਦ ਅਖੌਤੀ ਆਜ਼ਾਦੀ ਤੋਂ ਨਿਰਾਸ਼, ਆਰਥਿਕ ਕਾਣੀ ਵੰਡ ਦੂਰ ਕਰਨ ਲਈ ਇਨਕਲਾਬ ਲਈ ਜੂਝਦਾ ਹੈ। ਇਹ ਇਸ ਦੇ ਵਿਸ਼ੇ ਹਨ ਬਈ ਅੰਗਰੇਜ਼ਾਂ ਦੇ ਵਿਰੁੱਧ ਨਫ਼ਰਤ ਹੈ, ਆਜ਼ਾਦੀ ਲਈ ਤੜਫ ਹੈ ਅਤੇ ਆਜ਼ਾਦੀ ਲਈ ਜੋ ਉਹਨਾਂ ਦੀ ਇਨਕਲਾਬ ਦੀ ਆਵਾਜ਼ ਹੈ। ਹੀਰਾ ਸਿੰਘ ਦਰਦ ਦੀਆਂ ਕੁਝ ਕਵਿਤਾਵਾਂ ਉਹਨਾਂ ਦੇ ਵਿਸ਼ੇ ਇਸ ਤਰ੍ਹਾਂ ਹਨ। ਹਾਏ ਹਾਣੀ। ਇਸ ਕਵਿਤਾ ਵਿੱਚ ਅਛੂਤਾਂ ਉੱਪਰ ਹੁੰਦੇ ਜ਼ੁਲਮਾਂ ਦਾ ਵਰਣਨ ਹੈ। ਤੈਂ ਕੀ ਦਰਦ ਨਾ ਆਇਆ। 13 ਅਕਤੂਬਰ 1919 ਨੂੰ ਇਹ ਕਵਿਤਾ ਲਿਖੀ ਗਈ। ਇਸ ਵਿੱਚ ਕਵੀ ਨੇ ਗੁਰੂ ਨਾਨਕ ਦੇਵ ਜੀ ਦੇ ਉਪਕਾਰਾਂ ਦਾ ਜ਼ਿਕਰ ਕਰਦਿਆਂ ਬਾਬਰ ਦੇ ਹਮਲੇ ਨਾਲ ਹੋਈ ਤਬਾਹੀ ਦਾ ਚਿੱਤਰ ਪੇਸ਼ ਕੀਤਾ ਹੈ। ਇਸ ਵਿੱਚ ਲਿਖਿਆ ਹੈ, ਅੱਖਾਂ ਨਾਲ
ਨਾ ਦਿਸੇ ਤਸਵੀਰ ਤੇਰੀ, ਕੁਦਰਤ ਦੇਖ ਕੇ ਮੂੰਹ ਥੀ ਵਾਹ ਨਿਕਲੇ, ਕਣੀ ਦਰਦ ਦੀ ਕੋਈ ਲਿਖਾਰੀ ਵੇ, ਐਡੇ ਵਗ ਕੇ ਸਭ ਪਰਵਾਹ ਨਿਕਲੇ, ਤੈਂ ਕੀ ਦਰਦ ਨਾ ਆਇਆ। ਇਹ ਕਵਿਤਾ ਹੈ ਜੋ 13 ਅਕਤੂਬਰ 1919 ਨੂੰ ਲਿਖੀ ਗਈ। ਵਿਧਾਤਾ ਸਿੰਘ ਹੀਰਾ ਸਿੰਘ ਦਰਦ ਦੁਆਰਾ। ਉਪਰੋਕਤ ਕਵਿਤਾਵਾਂ ਤੋਂ ਇਲਾਵਾ ਹੀਰਾ ਸਿੰਘ ਦਰਦ ਦੀਆਂ ਕੌਮੀ ਝੋਕ, ਤੇਰੇ ਮੂੰਹ ਵਿੱਚ ਜ਼ੁਬਾਨ ਨਹੀਂ, ਸਰੀਰ ਦੀਆਂ ਛਾਵਾਂ, ਜੇਲ੍ਹ ਯਾਤਰਾ ਸੰਬੰਧੀ ਹੈ, ਰਾਵੀ ਝਨਾਂ ਦੇ ਵੈਣ, ਧਰਤੀ ਮਾਤਾ ਬੋਲ, ਅਧੂਰੀਆਂ ਸਦਰਾਂ, ਉਪਕਾਰੀ ਹੰਝੂ, ਜਲਿਆਂਵਾਲੇ ਬਾਗ ਦੀ ਵਿਸਾਖੀ, ਜੀਵਨ ਕਣੀਆਂ, ਬਾਹੂ ਥਲ ਦੇ ਭਰੋਸੇ ਬਹੁਤ ਹੀ ਉੱਤਮ ਕਵਿਤਾਵਾਂ ਹਨ। ਹੀਰਾ ਸਿੰਘ ਨੇ ਮਾਸਿਕ ਪੱਤਰ ਫੁਲਵਾੜੀ ਜੋ ਕਿ 1920 ਵਿੱਚ ਛਪਿਆ। ਇਸ ਤੋਂ ਇਲਾਵਾ ਫੁਲਵਾੜੀ ਸਿਰਲੇਖ ਅਧੀਨ ਕਵਿਤਾਵਾਂ ਦੇ ਵਾਰਤਕ ਦੇ ਸੁਮੇਲ ਵਾਲੀ ਪੁਸਤਕ 1926 ਵਿੱਚ ਛਪੀ। ਉਸਦੇ ਮਾਸਿਕ ਪੱਤਰ ਫੁਲਵਾੜੀ 150 ਤੋਂ ਵੱਧ ਕਵਿਤਾਵਾਂ ਛਪੀਆਂ। ਇਸ ਤੋਂ ਇਲਾਵਾ ਅਕਾਲੀ, ਲਾਲ ਸਵੇਰਾ, ਨਵਾਂ ਯੁੱਗ, ਰੋਜ਼ਾਨਾ ਕੌਮ ਦਰਦ ਆਦਿ ਵਿੱਚ ਵੀ ਉਸ ਦੀਆਂ ਕਵਿਤਾਵਾਂ ਛਪਦੀਆਂ ਰਹੀਆਂ। ਇਸ ਵਿੱਚ ਹੀਰਾ ਸਿੰਘ ਦਰਦ ਦੀਆਂ ਕਵਿਤਾਵਾਂ ਅਤੇ ਉਹਨਾਂ ਦੇ ਕਾਵਿ ਸੰਗ੍ਰਹਿ। ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਅਤੇ ਲਾਈਕ ਜ਼ਰੂਰ ਕਰਨਾ।